ਬਾਹਰਲੇ ਪਹਿਰਾਵੇ ਦਿਖਾਵੇ ਕਰਮ ਕਾਂਡ ਤੇ ਜ਼ਰੂਰੀ ਨਹੀਂ ਹਨ। ਪਰ ਜੋ ਅਗਲੀ ਗੱਲ ਪੁੱਛੀ ਹੈ, ਕਿਸੇ ਪੰਥ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ, ਇਹ ਵੀ ਸਮਝਣਾ ਕਰੋ। ਅਜੋਕੇ ਸਮੇਂ 'ਚ ਜੋ ਪੰਥ ਦਾ ਅਰਥ ਕੀਤਾ ਜਾਂਦਾ ਹੈ, ਵੈਸਾ ਹੀ ਜਦੋਂ ਗੁਰੂ ਜਨ ਸਨ, ਸਤਿਪੁਰਖ, ਉਹ ਨਹੀਂ ਸਨ ਕਰਦੇ। ਹੁਣ ਪੰਥ ਦਾ ਵਾਸਤਵਿਕ ਅਰਥ ਤਾਂ ਇਹੋ ਹੀ ਹੁੰਦਾ ਹੈ, ਰਸਤਾ, ਮਾਰਗ। ਜਿਵੇਂ ਬਾਹਰ ਕੋਈ ਮਾਰਗ ਹੈ, ਕੋਈ ਰਸਤਾ ਹੈ ਕਿਤੇ ਪਹੁੰਚਣ ਦਾ, ਤੁਸੀਂ ਪਹੁੰਚਣਾ ਹੈ ਤਾਂ ਉਹ ਰਸਤੇ 'ਤੇ ਚੱਲਦੇ ਹੋ। ਜਿੱਥੇ ਪਹੁੰਚਣਾ ਹੈ, ਟੀਚਾ ਹੈ ਤੁਹਾਡਾ, ਅਤੇ ਟੀਚੇ ਦੇ ਮੁਤਾਬਕ ਤੁਸੀਂ ਉਹ ਰਸਤਾ ਚੁਣ ਲੈਂਦੇ ਹੋ, ਤਾਂ ਉਸ ਟੀਚੇ 'ਤੇ ਪਹੁੰਚਦੇ ਹੋ। ਇੱਦਾਂ ਹੀ ਅਧਿਆਤਮ ਦਾ ਮਾਰਗ ਹੈ। ਪਰ ਇੱਥੇ ਬਣੇ ਬਣਾਏ ਰਸਤੇ ਨਹੀਂ ਹਨ। ਇਸ ਕਰਕੇ ਇਸ ਰਸਤੇ ਦਾ ਸਾਫ਼ ਸਾਫ਼ ਨਹੀਂ ਪਤਾ ਲੱਗਦਾ। ਇਸ ਰਸਤੇ ਨੂੰ ਜਾਣਨ ਵਾਸਤੇ, ਪੁੱਛਣ ਵਾਸਤੇ ਫਿਰ ਉਹਦੇ ਕੋਲ ਜਾਣਾ ਪਵੇਗਾ ਜਿਹੜਾ ਸਾਫ਼ ਸਾਫ਼ ਦੱਸ ਸਕੇ। ਦੱਸ ਹੋ ਸਕੇਗਾ ਜਿਹੜਾ ਜਾਣਦਾ ਹੋਵੇਗਾ, ਚੱਲਿਆ ਹੋਵੇਗਾ, ਪਹੁੰਚਿਆ ਹੋਵੇਗਾ, ਉਹ ਦੱਸੇਗਾ। ਤਾਂ ਉਹਨੂੰ ਫਿਰ ਸਾਰੇ ਰਸਤਿਆਂ ਦਾ ਹੀ ਪਤਾ ਹੁੰਦਾ ਹੈ। ਜਿਵੇਂ ਕੋਈ ਪਹਾੜ ਦੀ ਚੋਟੀ 'ਤੇ ਪਹੁੰਚ ਗਿਆ ਅਤੇ ਚਾਰ ਛਪੇਰੇ ਬਹੁਤ ਰਸਤੇ ਜਾਂਦੇ ਹਨ, ਤੁਹਾਨੂੰ ਦਿਖਾਈ ਦਿੰਦੇ ਹਨ, ਪਤਾ ਲੱਗਦਾ ਵੀ ਇੱਧਰੋਂ ਵੀ ਚੜ੍ਹਿਆ ਜਾ ਸਕਦਾ, ਇੱਧਰੋਂ ਵੀ। ਹਾਂ, ਕਈ ਜਗ੍ਹਾ 'ਤੇ ਥੋੜ੍ਹੀ ਜਿਹੀ ਕਠਿਨਾਈ ਹੈ, ਕਈ ਜਗ੍ਹਾ 'ਤੇ ਸਰਲਤਾ ਦੇ ਨਾਲ ਚੜ੍ਹਿਆ ਜਾ ਸਕਦਾ। ਇੱਦਾਂ ਹੀ ਪਰਮਾਤਮਾ ਵੱਲ, ਇਸ ਕਰਕੇ ਉਹ ਬਹੁਤ ਬੜਾ ਪਹਾੜ ਹੈ। ਕਬੀਰ ਜੀ ਨੇ ਕਿਹਾ ਵੀ, ਔਕਟ ਘਾਟੀ ਰਾਮ ਕੀ ਤਹਿ ਚੜ੍ਹ ਰਹੇ ਹੋ ਕਬੀਰ। ਅਤੇ ਉਹ ਔਕਟ ਘਾਟੀ 'ਤੇ ਚੜ੍ਹਨ ਵਾਸਤੇ ਮਾਰਗ ਜਿਹੜੇ ਹਨ ਉਹ ਬਹੁਤ ਹਨ। ਬਲਕਿ ਅਗਰ ਤੁਸੀਂ ਸਹੀ ਸਮਝੋ ਤਾਂ ਹਰ ਇੱਕ ਵਾਸਤੇ ਅਲੱਗਾ ਮਾਰਗ ਹੈ। ਕਿਉਂਕਿ ਹਰ ਇੱਕ ਆਦਮੀ ਅਲੱਗਾ ਤਲ 'ਤੇ ਖੜ੍ਹਾ ਹੈ। ਬਾਹਰ ਤੁਸੀਂ ਅਲੱਗਾ ਸੰਸਾਰ ਵਿੱਚ ਖੜ੍ਹੇ ਹੋ। ਕਿਸੇ ਦਾ ਤਲ ਜਿਹੜਾ ਹੈ ਉਹ ਮੋਹ ਦਾ ਹੈ, ਉਹ ਮੋਹ ਦੇ ਤਲ 'ਤੇ ਖੜ੍ਹਾ ਹੈ, ਮੋਹ ਜ਼ਿਆਦਾ ਹੈ। ਕਿਸੇ ਦਾ ਤਲ ਲੋਭ ਦਾ ਹੋ ਸਕਦਾ ਹੈ, ਕਿਸੇ ਦਾ ਕਾਮ ਦਾ ਹੋ ਸਕਦਾ। ਅਲੱਗਾ ਤਲ, ਅਲੱਗਾ ਸੰਸਾਰ 'ਚ ਅਲੱਗਾ ਫਸੇ ਹੋਏ ਹੋ ਤੁਸੀਂ, ਅਲੱਗਾ ਬੰਧਨਾਂ ਵਿੱਚ ਬੰਧੇ ਹੋਏ, ਅਤੇ ਅਲੱਗਾ ਛੁਟਕਾਰਾ ਹੋਵੇਗਾ, ਅਤੇ ਅਲੱਗਾ ਰਸਤਾ। ਅਤੇ ਜਦੋਂ ਕੋਈ ਜਾਗਰਤ ਪੁਰਸ਼ ਹੈ, ਜਿਵੇਂ ਸਤਿਗੁਰੂ ਹੋਏ ਹਨ ਜਿਨ੍ਹਾਂ ਨੇ ਦੱਸਿਆ ਹੈ ਰਸਤਾ, ਮਾਰਗ, ਪੰਥ, ਉਦੋਂ ਉਹਨਾਂ ਨੇ ਸਾਰਿਆਂ ਨੂੰ ਇੱਕੋ ਹੀ ਨਹੀਂ ਸੀ ਦੱਸਿਆ। ਹਾਂ, ਜਿਹੜੀ ਪਹਿਲੀ ਹਦਾਇਤ ਹੈ, ਜਿਵੇਂ ਮੈਂ ਦੱਸਿਆ, ਬਾਹਰਲੀਆਂ ਹਦਾਇਤਾਂ, ਉਹ ਤਾਂ ਸਾਰਿਆਂ ਨੂੰ ਦੱਸੀਆਂ ਜਾ ਸਕਦੀਆਂ ਵੀ ਪਹਿਰਾਵਾ ਇਹੋ ਜਿਹਾ ਪਾ ਲਓ,
ਇੱਦਾਂ ਰਹੋ, ਇੱਦਾਂ ਖਾਓ, ਸਮੇਂ ਦੇ ਆਧਾਰ 'ਤੇ ਇੱਦਾਂ ਜੀਵਨ ਜੀਓ, ਤੁਹਾਡਾ ਬਾਹਰੋਂ ਛੇਤੀ ਛੁਟਕਾਰਾ ਹੋ ਜਾਵੇਗਾ। ਪਰ ਜੋ ਅੰਦਰੂਨੀ ਮਾਰਗ ਹੈ ਉਹ ਤਾਂ ਸਾਰਿਆਂ ਦਾ ਭਿੰਨ ਹੁੰਦਾ ਹੈ ਨਾ, ਅੰਦਰਲੀ ਯਾਤਰਾ। ਅਤੇ ਉਹਨਾਂ ਤੋਂ ਬਾਅਦ ਧੀਰੇ ਧੀਰੇ ਲੋਕ ਬਾਹਰਲੀਆਂ ਗੱਲਾਂ ਪਕੜ ਲੈਂਦੇ ਹਨ। ਜੋ ਬਾਹਰਲੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ, ਉਹ ਸਮੇਂ ਦੇ ਆਧਾਰ 'ਤੇ ਦਿੱਤੀਆਂ ਜਾਂਦੀਆਂ ਹਨ, ਅਤੇ ਉਹਨਾਂ ਨੂੰ ਲੋਕ ਪਕੜ ਲੈਂਦੇ ਆ ਵੀ ਉਹਨਾਂ ਨੇ ਇੱਦਾਂ ਪਹਿਰਾਵਾ ਪਾਉਣ ਵਾਸਤੇ ਕਿਹਾ ਸੀ, ਇੱਦਾਂ ਰਹਿਣ ਵਾਸਤੇ ਕਿਹਾ ਸੀ, ਇੱਦਾਂ ਵਿਚਰਨ ਵਾਸਤੇ ਕਿਹਾ ਸੀ, ਆਹ ਕੁਝ ਖਾਣ ਵਾਸਤੇ ਕਿਹਾ ਸੀ। ਤੋ ਬਾਹਰੋਂ ਪਕੜ ਲੈਂਦੇ ਆ, ਪਰ ਜੋ ਅੰਦਰੋਂ ਦੱਸਿਆ ਗਿਆ ਸੀ ਉਹ ਪਕੜ ਵਿੱਚ ਥੋੜ੍ਹੀ ਆਉਂਦਾ। ਅੰਦਰੋਂ ਮਾਰਗ ਸਾਰਿਆਂ ਦਾ ਭਿੰਨ ਹੋ ਜਾਂਦਾ ਹੈ, ਕਿਉਂਕਿ ਜੁੜੇ ਹੋਏ ਲਹਿਦਾ ਹਨ। ਅਤੇ ਤੁਸੀਂ ਪੁੱਛਿਆ ਵੀ ਕਿਸੇ ਪੰਥ ਵਿੱਚ ਸ਼ਾਮਲ ਹੋਣਾ ਜ਼ਰੂਰੀ। ਤੁਸੀਂ ਪੰਥ ਦਾ ਅਰਥ ਸਮਝਦੇ ਹੋ ਜਿਵੇਂ ਆਮ ਸਧਾਰਨ ਤਹਿ ਲੋਕ ਕਰਦੇ ਹਨ, ਸਿੱਖ ਪੰਥ, ਹਿੰਦੂ ਪੰਥ, ਇਸਲਾਮ ਪੰਥ। ਨਹੀਂ, ਇਹ ਪੰਥ ਨਹੀਂ ਹਨ, ਇਹ ਮਜ਼ਹਬ ਹਨ। ਅਤੇ ਇਹ ਬਾਹਰੋਂ ਜੁੜੇ ਰਹਿਣ ਵਾਸਤੇ ਇਹ ਪਹਿਰਾਵਾ ਦੱਸਦੇ ਹਨ, ਮਰਿਆਦਾ ਨਿਯਮ ਦੱਸਦੇ ਹਨ। ਤਾਂ ਕਿ ਅਸੀਂ ਇੱਕ ਖਾਸ ਧਾਰਮਿਕ ਲੋਕ ਲੱਗ ਸਕੀ, ਬਾਹਰੋਂ ਇਕਜੁੱਟ ਹੋ ਸਕੀ। ਇਕਜੁੱਟ ਹੋਣ ਵਾਸਤੇ ਕਰਦੇ ਹਨ। ਫਿਰ ਸਾਰੇ ਇਹੀ ਜ਼ੋਰ ਲਾਉਂਦੇ ਹਨ ਵੀ ਸਾਡੇ ਧਾਰਮਿਕ ਲੋਕ ਘੱਟ ਨਾ ਜਾਣ, ਕਿਉਂਕਿ ਜਿੰਨੇ ਜ਼ਿਆਦਾ ਹੋਣਗੇ ਉਨੀ ਪਾਵਰ ਵੀ ਜ਼ਿਆਦਾ ਹੋਵੇਗੀ, ਰਾਜਨੀਤੀ ਵੀ ਜ਼ਿਆਦਾ ਹੋਵੇਗੀ, ਸੰਸਾਰ ਦੇ ਵਿੱਚ ਮਾਣ ਇੱਜ਼ਤ ਵੀ ਜ਼ਿਆਦਾ ਹੋਵੇਗੀ। ਤਾਂ ਬਾਹਰੋਂ ਦਿਖਾਵਾ, ਬਾਹਰੋਂ ਦਿਖਾਉਣ ਵਾਸਤੇ ਧਾਰਮਿਕਤਾ, ਬਾਹਰੋਂ ਇਕਜੁੱਟ ਹੋ ਜਾਣਾ, ਆਪਣੀ ਪਾਵਰ ਵਧਾਉਣੀ, ਤਾਕਤ ਵਧਾਉਣੀ ਸੰਸਾਰ ਵਿੱਚ, ਇਹ ਧਾਰਮਿਕ ਲੋਕ, ਇਹਨੂੰ ਧਰਮ ਕਹਿੰਦੇ ਹਨ, ਇਹਨੂੰ ਪੰਥ ਕਹਿ ਦਿੰਦੇ ਹਨ, ਸਿੱਖ ਪੰਥ। ਪਰ ਇਹ ਪੰਥ 'ਤੇ ਚੱਲ ਥੋੜ੍ਹੇ ਰਹੇ ਹਨ, ਇਹ ਤਾਂ ਸੰਸਾਰ ਦਾ ਪੰਥ ਹੈ, ਬਾਹਰ ਦਾ। ਅਤੇ ਜੋ ਵੀ ਇਹ ਮਰਿਆਦਾ ਥਾਪ ਦਿੰਦੇ ਹਨ ਧਾਰਮਿਕ ਲੋਕ, ਜਿਵੇਂ ਇਸਲਾਮ ਧਰਮ 'ਚ ਨਮਾਜ਼ਾਂ ਪੜ੍ਹ ਲਓ, ਰੋਜ਼ੇ ਰੱਖ ਲਓ, ਇੱਦਾਂ ਸਿੱਖਾਂ ਦੇ ਵਿੱਚ ਬਾਣੀਆਂ ਪੜ੍ਹ ਲਓ, ਪਾਠ ਪੂਜਾ ਕਰ ਲਓ, ਅਤੇ ਜੋ ਵੀ ਦੱਸਿਆ ਜਾਂਦਾ ਹੈ ਉਹ ਸਾਰੀਆਂ ਮਰਿਆਦਾਵਾਂ ਪੂਰੀਆਂ ਕਰ ਲਓ। ਅਤੇ ਪੂਰੀਆਂ ਕਰਨ ਨਾਲ ਉਹ ਪਰਮਾਤਮਾ ਵੱਲ ਥੋੜ੍ਹੀ ਜਾਂਦਾ ਹੈ। ਤੁਸੀਂ ਅਗਰ ਬਾਹਰੋਂ ਪਹਿਰਾਵਾ ਵੀ ਪਾ ਲਓ, ਉਹ ਪਾਠ ਪੂਜਾ ਕਰਮਕਾਂਡ ਸਾਰੇ ਹੀ ਕਰ ਲਓ, ਅਤੇ ਜਿੰਨਾ ਚਿਰ ਤੁਹਾਡੀ ਸੁਰਤ ਬਾਹਰੋਂ ਸੰਸਾਰ ਵੱਲੋਂ ਨਹੀਂ ਹਟਦੀ ਹੋ, ਤਾਂ ਉਹਨਾਂ ਚਿਰ ਤੁਸੀਂ ਗੁਰਮੁਖ ਥੋੜ੍ਹੀ। ਇਹੋ ਹੀ ਤਾਂ ਬਾਬੇ ਨਾਨਕ ਨੇ ਸਮਝਾਇਆ ਸੀ ਨਾ ਵੀ ਬਾਹਰੋਂ ਤੁਸੀਂ ਜਨੇਊ ਪਾ ਦਿਓ, ਪਰ ਅੰਦਰ ਦਾ ਜੱਤ ਸੱਤ ਥੋੜ੍ਹੀ ਆ ਜਾਵੇਗਾ। ਅਤੇ ਅੰਦਰਲਾ ਜੱਤ ਸੱਤ ਆ ਗਿਆ ਅਤੇ ਬਾਹਰਲੇ ਜਨੇਊ ਪਾਉਣ ਦੀ ਕੀ ਲੋੜ ਹੈ, ਬਾਹਰਲੇ ਪਹਿਰਾਵੇ ਪਾਉਣ ਦੀ ਕੀ ਲੋੜ ਹੈ। ਗੱਲ ਤਾਂ ਅੰਦਰਲੇ ਜੱਤ ਸੱਤ ਦੀ ਹੈ ਨਾ, ਅੰਦਰ ਸੱਤ ਆਉਣਾ ਚਾਹੀਦਾ ਹੈ, ਅਸੱਤ ਅੰਦਰੋਂ ਹਟਣਾ ਚਾਹੀਦਾ ਹੈ। ਅਸੱਤ ਦੀ ਵਿਚਾਰਧਾਰਾ ਹਟ ਗਈ ਅਤੇ ਸੱਤ ਆ ਗਈ ਅੰਦਰ। ਪਰ ਧਾਰਮਿਕ ਲੋਕ ਬਾਹਰੋਂ ਪਵਾ ਦਿੰਦੇ ਹਨ, ਬਾਹਰੋਂ ਧਾਰਮਿਕ ਬਣਾ ਦਿੰਦੇ ਹਨ, ਸਿਰਫ ਆਪਣੇ ਗਿਣਤੀ ਵਧਾਉਣ ਵਾਸਤੇ, ਏਕਤਾ ਵਧਾਉਣ ਵਾਸਤੇ, ਇਕੱਠ ਵਧਾਉਣ ਵਾਸਤੇ ਬਾਹਰ ਬਹੁਤ ਤਰ੍ਹਾਂ ਦੇ ਦਿਖਾਵੇ ਕਰਦੇ। ਪਰ ਅੰਦਰ ਨੂੰ ਆਉਣਾ ਹੋਵੇ
ਤੇ ਫਿਰ ਇਹ ਬਾਹਰਲੇ ਦਿਖਾਵੇ ਸਾਰੇ ਛੱਡਣੇ ਹਨ, ਬਾਹਰਲੇ ਪੰਥ ਵੀ ਸਾਰੇ ਛੱਡਣੇ ਹਨ। ਸੰਸਾਰਿਕ ਪੰਥ ਤੇ ਛੱਡਣੇ ਹੀ ਹਨ, ਰਸਤੇ ਸੰਸਾਰ ਨੂੰ ਜਿਹੜੇ ਜਾਂਦੇ ਹਨ, ਪਰ ਜਿਹੜੇ ਇਹਨਾਂ ਧਰਮਾਂ ਨੂੰ ਜਾਂਦੇ ਹਨ ਇਹ ਵੀ ਛੱਡਣੇ ਹਨ, ਕਿਉਂਕਿ ਇਹ ਵੀ ਬਾਹਰ ਹੀ ਲੈ ਕੇ ਜਾ ਰਹੇ ਹਨ, ਸੰਸਾਰ ਵਿੱਚ ਹੀ ਲੈ ਕੇ ਜਾ ਰਹੇ ਹਨ ਇਹ ਧਾਰਮਿਕ ਲੋਕ ਵੀ ਤੁਹਾਨੂੰ। ਕੋਈ ਸੁਰਤ ਸੰਸਾਰ ਵੱਲੋਂ ਹਟਾ ਥੋੜ੍ਹੀ ਰਿਹਾ ਹੈ, ਕੋਈ ਕਹਿੰਦਾ ਥੋੜ੍ਹੀ ਕਿ ਸੰਸਾਰ ਵਿੱਚ ਸੁਰਤ ਹਟਾਉਣੀ ਹੈ, ਧਿਆਨ ਹਟਾਉਣਾ ਇਹ ਤਾਂ ਹੀ ਸ਼ਬਦ ਦੇ ਨਾਲ ਜੁੜੂਗਾ, ਨਹੀਂ। ਉਹ ਕਹਿੰਦੇ ਹਨ ਸ਼ਬਦ ਦਾ ਚਿੰਤਨ ਵੀ ਕਰੀ ਜਾਓ ਅਤੇ ਬਾਹਰ ਵੀ ਪੂਰਾ ਜ਼ੋਰ ਲਾਓ, ਸੰਸਾਰ ਵਿੱਚ ਵੱਧ ਚੜ੍ਹ ਕੇ। ਦਿਖਾਵਾ ਕਰੋ, ਜਣਾਓ ਤੁਸੀਂ ਕੌਣ ਹੋ, ਦੱਸੋ ਲੋਕਾਂ ਨੂੰ, ਦਿਖਾਓ। ਅਤੇ ਇਹ ਜੋ ਬਾਹਰਲੇ ਤੁਸੀਂ ਪੰਥ ਕਹਿੰਦੇ ਹੋ ਨਾ, ਇਹ ਸਾਰੇ ਹੀ ਛੱਡਣੇ ਹਨ, ਸਭ ਪਹਿਰਾਵੇ, ਸਭ ਕੁਛ ਤਿਆਗਣਾ। ਫਿਰ ਦੂਸਰੀ ਗੱਲ ਇਹ ਹੈ ਖਿਆਲ ਵਿੱਚ ਰੱਖਣ ਯੋਗ, ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਖਾਸ ਕੋਈ ਪਹਿਰਾਵਾ ਪਾਉਣਾ ਹੈ, ਮੈਂ ਅਜੋਕੇ ਸਮੇਂ ਦੇ ਹਿਸਾਬ ਦੇ ਨਾਲ ਕਹਿ ਰਿਹਾ ਹਾਂ ਵੀ ਉਹ ਪੁਰਾਣੀਆਂ ਰੀਤਾਂ ਜਿਹੜੀਆਂ ਹਨ ਉਹ ਪੁਰਾਣੀਆਂ ਹੋ ਗਈਆਂ। ਹੁਣ ਮਨੁੱਖ ਬਹੁਤ ਜ਼ਿਆਦਾ ਵਿਕਸਿਤ ਹੋ ਗਿਆ, ਚਲਾਕ ਹੋ ਗਿਆ, ਚਤਰ ਹੋ ਗਿਆ, ਇਸ ਕਾਰਨ ਉਹ ਪੁਰਾਣੀ ਰੀਤ ਨਹੀਂ ਕੰਮ ਆਵੇਗੀ। ਅਤੇ ਅਜੋਕੇ ਸਮੇਂ ਦੇ ਹਿਸਾਬ ਨਾਲ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਗੁਰ ਦੀਕਸ਼ਾ ਦਿੱਤੀ ਜਾਂਦੀ ਸੀ, ਅਤੇ ਕੋਈ ਬਾਹਰੋਂ ਪਹਿਰਾਵਾ ਦਿੱਤਾ ਜਾਂਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਇਹ ਕਿਹਦਾ ਸ਼ਿਸ਼ ਹੈ। ਪਰ ਅਜੋਕੇ ਸਮੇਂ 'ਚ ਨਾ ਹੀ ਪਹਿਰਾਵਾ ਦੱਸਿਆ ਜਾਵੇਗਾ, ਨਾ ਹੀ ਦੀਕਸ਼ਾ ਦਿੱਤੀ ਜਾਵੇਗੀ, ਨਾ ਹੀ ਗੁਰੂ ਸ਼ਿਸ਼ ਦੀ ਘੋਸ਼ਣਾ ਹੋਵੇਗੀ। ਖਿਆਲ ਵਿੱਚ ਰੱਖੋ, ਅਗਰ ਕੋਈ ਕਰ ਰਿਹਾ ਹੈ ਨਾ ਘੋਸ਼ਣਾ ਮੈਂ ਗੁਰੂ ਹਾਂ, ਤਾਂ ਸਮਝ ਲੈਣਾ ਚਾਹੀਦਾ ਉਹ ਹੈ ਨਹੀਂ। ਕਿਉਂਕਿ ਜੇ ਇਹ ਅੰਦਰੂਨੀ ਸੰਬੰਧ ਹੈ, ਬਾਹਰੋਂ ਘੋਸ਼ਣਾ ਕਰਨ ਦੀ ਕੋਈ ਲੋੜ ਨਾ, ਬਾਹਰੋਂ ਪੂਜਾ ਕਰਨ ਦੀ ਲੋੜ, ਨਾ ਹੀ ਦੱਸਣ ਦੀ ਲੋੜ। ਇਹ ਤਾਂ ਬਹੁਤ ਗੁਪਤ ਖੇਡ ਹੈ, ਜਿਵੇਂ ਪਰਮਾਤਮਾ ਅਤੇ ਪਰਮਾਤਮਾ ਦੇ ਪਿਆਰੇ ਵਿੱਚ ਹੁੰਦੀ, ਇੱਦਾਂ ਗੁਰੂ ਸ਼ਿਸ਼ ਵਿੱਚ ਹੁੰਦੀ। ਇਹ ਅੰਦਰੂਨੀ ਅਤੇ ਕੋਈ ਰਿਸ਼ਤਾ ਨਹੀਂ ਹੈ, ਬਲਕਿ ਸਾਰੇ ਹੀ ਰਿਸ਼ਤੇ ਇਹਦੇ ਵਿੱਚ ਆ ਜਾਂਦੇ ਹਨ। ਇਹ ਐਸਾ ਰਿਸ਼ਤਾ ਹੈ ਕਿ ਸਾਰੇ ਰਿਸ਼ਤਿਆਂ ਨੂੰ ਛਡਾਉਣ ਵਾਲਾ ਰਿਸ਼ਤਾ ਹੈ, ਇਸ ਕਰਕੇ ਬਹੁਤ ਗਹਿਰਾ ਹੈ, ਅੰਦਰੂਨੀ। ਅਤੇ ਬਾਹਰ ਪ੍ਰਗਟ ਕਰਨ ਦੀ ਵੀ ਲੋੜ ਨਹੀਂ ਹੈ, ਦਿਖਾਵਾ ਕਰਨ ਦੀ ਵੀ ਨਹੀਂ ਲੋੜ ਹੈ। ਇਹ ਤਾਂ ਜਿਵੇਂ ਜਿਵੇਂ ਤੁਸੀਂ ਸੁਣੋਗੇ, ਅਮਲ ਕਰੋਗੇ ਨਾ, ਵੀ ਇਹ ਬਾਹਰਲੇ ਸਾਰੇ ਪੰਥ ਛੱਡਣੇ ਹਨ, ਬਾਹਰੋਂ ਸਭ ਧਰਮ ਧਿਆਨ ਹਟਾਉਣਾ ਹੈ ਝੂਠ ਵੱਲੋਂ। ਅਤੇ ਜਦੋਂ ਤੁਸੀਂ ਧਿਆਨ ਹਟਾਇਆ, ਸਾਰੇ ਪੰਥ ਛੱਡੇ, ਤੁਸੀਂ ਸਰਲ ਹੋ ਜਾਵੋਗੇ, ਨਿਰਦੋਸ਼ ਹੋ ਜਾਵੋਗੇ। ਫਿਰ ਤੁਸੀਂ ਆਪਣੇ ਵਾਸਤਵਿਕ ਪੰਥ ਵੱਲ ਨੂੰ ਚੱਲ ਪਵੋਗੇ, ਉੱਥੇ ਪੁਕਾਰ ਸੁਣੋਗੇ ਤੁਸੀਂ, ਕਿਉਂਕਿ ਤੁਹਾਡਾ ਸੁਭਾਵਿਕ ਵਾਸਤਵਿਕ ਪੰਥ ਹੈ, ਮਾਰਗ ਆਪਣਾ ਹੀ ਹੋਵੇਗਾ, ਕਿਸੇ ਨਾਲ ਕੋਈ ਮੇਲ ਨਹੀਂ ਖਾਵੇਗਾ। ਕਈ ਸਰੋਤੇ ਵੀ ਇੱਕ ਦੂਸਰੇ ਨੂੰ ਸਮਝਾਉਂਦੇ ਰਹਿੰਦੇ ਹਨ, ਨਹੀਂ ਸਮਝਾਉਣਾ ਨਹੀਂ ਹੈ,
ਦੂਸਰੇ ਦੀ ਕਈ ਵਾਰ ਸਮਝ ਵਿੱਚ ਵੀ ਨਹੀਂ ਆਉਂਦੀ ਹੈ ਗੱਲ ਵੀ ਇਹ ਕਹਿ ਕੀ ਰਿਹਾ। ਹਰ ਇੱਕ ਦਾ ਮਾਰਗ ਅਲੱਗਾ ਹੈ ਅਤੇ ਕਿਸੇ ਪੰਥ ਵਿੱਚ ਸ਼ਾਮਲ ਨਹੀਂ ਹੋਣਾ ਹੈ। ਸਭ ਪੰਥ ਛੱਡਣੇ ਹਨ, ਸਭ ਰਸਤੇ, ਸੰਸਾਰਿਕ ਰਸਤੇ ਵੀ ਛੱਡਣੇ ਹਨ, ਧਾਰਮਿਕ ਰਸਤੇ ਵੀ। ਤੁਸੀਂ ਸਾਰੇ ਰਸਤੇ ਜਦੋਂ ਛੱਡ ਦਿਓਗੇ ਨਾ, ਸਾਰੇ ਰਸਤਿਆਂ ਵੱਲੋਂ ਧਿਆਨ ਹਟਾ ਲਓਗੇ। ਜਿਵੇਂ ਕਹਿੰਦੇ ਨਾ 10 ਇੰਦਰੀਆਂ ਵੱਲੋਂ 9 ਇੰਦਰੀਆਂ ਵੱਲੋਂ ਧਿਆਨ ਹਟਾ ਲਿਆ ਅਤੇ 10ਵੇਂ ਵੱਲ ਨੂੰ ਤੁਸੀਂ ਆ ਗਏ, ਉਹ ਦੁਆਰ ਵੱਲ ਨੂੰ ਆ ਗਏ ਤੁਸੀਂ। ਅਤੇ ਇੱਦਾਂ ਬਾਹਰੋਂ ਧਿਆਨ ਹਟਾ ਲਿਆ, ਬਾਹਰ ਜਿੰਨੇ ਵੀ ਮਾਰਗ ਹਨ ਸਾਰਿਆਂ ਵੱਲੋਂ, ਅਤੇ ਸਾਰੇ ਹੀ ਧਿਆਨ ਤੁਹਾਡਾ ਬਾਹਰ ਖਿੱਚਦੇ ਹਨ। ਇਹ ਜੋ ਬਾਹਰਲੇ ਪੰਥ ਤੁਸੀਂ ਕਹਿ ਰਹੇ ਹੋ, ਧਿਆਨ ਤੁਹਾਡਾ ਬਾਹਰ ਖਿੱਚਦੇ ਆ, ਬਾਹਰੋਂ ਆਕਰਸ਼ਿਤ ਕਰ ਰਹੇ ਅਤੇ ਬਾਹਰ ਭਟਕ ਰਹੇ, ਅਤੇ ਬਾਹਰੋਂ ਹੀ ਧਿਆਨ ਹਟਾਉਣਾ ਹੈ ਅਤੇ ਅੰਦਰ ਨੂੰ ਆਉਣਾ ਹੈ। ਅੰਤਰ ਬਸੇ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਬਾਹਰ ਤੇ ਜ਼ਹਿਰ ਹੀ ਜ਼ਹਿਰ ਹੈ, ਅੰਦਰ ਤੁਹਾਡੇ ਅੰਮ੍ਰਿਤ ਹੈ। ਅਤੇ ਅੰਮ੍ਰਿਤ ਕੋਈ ਬਾਹਰੋਂ ਨਹੀਂ ਮਿਲਦਾ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਅੰਮ੍ਰਿਤ ਤੁਹਾਡੇ ਅੰਦਰ ਹੈ, ਉਹ ਖਜ਼ਾਨਾ ਤੁਹਾਡੇ ਅੰਦਰ ਹੈ। ਅਤੇ ਬਾਹਰੋਂ ਸਾਰੇ ਹੀ ਰਸਤੇ ਛੱਡਣੇ ਹਨ ਅਤੇ ਅੰਦਰ ਨੂੰ ਹੋਣਾ ਹੈ, ਪਹਿਲਾਂ ਸੁਭਾਵਿਕ ਹੋਣਾ ਹੈ। ਅਤੇ ਜਿਹੜਾ ਸੁਭਾਵਿਕ ਹੈ, ਸਹਿਜ ਹੈ, ਤੁਸੀਂ ਉਹਦੇ ਕੋਲ ਆ ਜਾਓਗੇ। ਜਿਹਨੇ ਸਾਰੇ ਹੀ ਮਾਰਗ ਪੰਥ ਛੱਡੇ ਹੋਏ ਆ, ਤਾਂ ਉਹਦੇ ਕੋਲ ਤੁਸੀਂ ਉਦੋਂ ਹੀ ਆਓਗੇ ਨਾ ਜਦੋਂ ਸਾਰੇ ਮਾਰਗ ਪੰਥ ਛੱਡਦੇ ਹੋ। ਅਤੇ ਫਿਰ ਤੁਹਾਨੂੰ ਵਾਸਤਵਿਕ ਜੋ ਤੁਹਾਡਾ ਆਪਣਾ ਪੰਥ ਹੈ ਉਧਰ ਵੱਲ ਨੂੰ ਇਸ਼ਾਰਾ ਕੀਤਾ ਜਾਵੇਗਾ, ਅਤੇ ਤੁਸੀਂ ਇੱਕਦਮ ਚੱਲ ਪਵੋਗੇ। ਅਤੇ ਹਰ ਇੱਕ ਦਾ ਅਲੱਗਾ ਮਾਰਗ ਹੈ, ਅਲੱਗਾ ਯਾਤਰਾ ਹੈ। ਇਸ ਕਾਰਨ ਪੰਥ ਇੱਕ ਨਹੀਂ ਹੋ ਸਕਦਾ, ਹਰ ਇੱਕ ਦਾ ਅਲੱਗਾ ਹੈ। ਪਹਿਲਾਂ ਬਾਹਰਲੇ ਪੰਥ ਛੱਡ ਦਿਓ ਸਾਰੇ, ਫਿਰ ਤੁਸੀਂ ਆਪਣੇ ਵਾਸਤਵਿਕ ਪੰਥ 'ਤੇ ਆ ਜਾਓ।